मसीह विच प्यारे भराओ ते भैनों, सारिਆਂ ਨੂੰ जय ਯਿਸੂ मसीह दी। ਅੱਜ ਰਾਖ ਦੇ ਬੁੱਧਵਾਰ ਤੇ ਬਾਅਦ ਦਾ ਵੀਰਵਾਰ ਹੈ। ਮਤਲਬ ਕਿ ਅੱਜ ਰੋਜ਼ਿਆਂ ਦਾ ਦੂਜਾ ਦਿਨ ਹੈ। ਆਓ ਅਸੀਂ ਅੱਜ ਪ੍ਰਭੂ ਦੇ ਵਚਨ ਨੂੰ ਸੁਣੀਏ। ਅੱਜ ਅਸੀਂ ਦੋ ਪਾਠ ਸੁਣਾਂਗੇ। ਆਮ ਦਿਨਾਂ ਦੇ ਵਿੱਚ ਪਾਕ ਕਲਾਮ ਦੇ ਵਿੱਚੋਂ ਪਾਕਮਾਸ ਦੀ ਕੁਰਬਾਨੀ ਦੇ ਦੌਰਾਨ ਅਸੀਂ ਦੋ ਪਾਠ ਪੜ੍ਹਦੇ ਹਾਂ। ਤੇ ਅੱਜ ਦਾ ਜੋ ਪਹਿਲਾ ਪਾਠ ਹੈ ਵਿਵਸਥਾ ਸਾਰ ਦੀ ਪੁਸਤਕ, ਉਸ ਦਾ 30 ਅਧਿਆਏ 15 ਤੋਂ 20 ਐਤ ਤੱਕ ਉਸ ਨੂੰ ਅਸੀਂ ਸੁਣਾਂਗੇ। ਅਤੇ ਉਸ ਦੇ ਬਾਅਦ ਅਸੀਂ ਲੂਕਾ ਦੀ ਅੰਜੀਲ, ਉਸ ਦਾ 9ਵਾਂ ਅਧਿਆਏ 22 ਤੋਂ ਲੈ ਕੇ 25 ਐਤ ਉਸ ਨੂੰ ਸੁਣ ਕੇ ਅਤੇ ਅਸੀਂ ਪ੍ਰਭੂ ਦੇ ਵਚਨ ਦੇ ਉੱਤੇ ਮਨਨ ਕਰਾਂਗੇ। ਤੇ ਅੱਜ ਦਾ ਕੀ ਸੰਦੇਸ਼ ਪ੍ਰਭੂ ਸਾਨੂੰ ਦੇਣਾ ਚਾਹੁੰਦਾ ਹੈ ਅੱਜ ਦੇ ਪੂਰੇ ਦਿਨ ਦੇ ਵਾਸਤੇ, ਅਸੀਂ ਉਹਦੇ ਉੱਤੇ ਫਿਰ ਧਿਆਨ ਕਰਾਂਗੇ। ਆਓ ਅਸੀਂ ਅੱਜ ਦਾ ਪਹਿਲਾ ਪਾਠ ਸੁਣੀਏ। ਪਾਠ ਪਹਿਲਾ ਵਿਵਸਥਾ ਸਾਰ ਦੀ ਪੁਸਤਕ ਵਿੱਚੋਂ ਉਸ ਦਾ 30 ਬਾਬ 15 ਤੋਂ 20 ਆਇਤ ਤੱਕ। ਇਸ ਤੇ ਧਿਆਨ ਦੇਵੋ, ਅੱਜ ਮੈਂ ਜੀਵਨ ਅਤੇ ਭਲਾਈ, ਮੌਤ ਅਤੇ ਬੁਰਾਈ ਤੁਹਾਡੇ ਸਾਹਮਣੇ ਤੁਹਾਡੀ ਚੋਣ ਦੇ ਲਈ ਰੱਖ ਰਿਹਾ ਹਾਂ। ਜੇਕਰ ਤੁਸੀਂ ਇਹਨਾਂ ਮੇਰੇ ਦੱਸੇ ਪ੍ਰਭੂ ਆਪਣੇ ਪਰਮੇਸ਼ਵਰ ਦੇ ਹੁਕਮਾਂ ਦੀ ਪਾਲਣਾ ਕਰੋਗੇ, ਉਸ ਨੂੰ ਪਿਆਰ ਕਰਨ ਰਾਹੀਂ, ਉਸ ਦੇ ਰਾਹਾਂ 'ਤੇ ਚੱਲਣ ਦੁਆਰਾ ਅਤੇ ਉਸ ਦੇ ਸਭ ਆਦੇਸ਼ਾਂ, ਵਿਧੀਆਂ ਅਤੇ ਵਿਧਾਨ ਨੂੰ ਪੂਰਾ ਕਰਨ ਦੁਆਰਾ, ਤਾਂ ਉਹ ਤੁਹਾਨੂੰ ਉਸ ਧਰਤੀ 'ਤੇ ਜਿਸ 'ਤੇ ਜਾ ਕੇ ਤੁਸੀਂ ਕਬਜ਼ਾ ਕਰਨ ਵਾਲੇ ਹੋ ਅਸੀਸ ਦੇਵੇਗਾ। ਤਦ ਤੁਸੀਂ ਉੱਥੇ ਰਹੋਗੇ ਅਤੇ ਵਧੋ ਫੁੱਲੋਗੇ। ਪਰ ਜੇਕਰ ਤੁਸੀਂ ਉਸ ਵੱਲੋਂ ਭਟਕ ਕੇ ਉਸ ਦੀ ਨਾ ਸੁਣ ਕੇ ਦੂਜੇ ਦੇਵਤਿਆਂ ਪਿੱਛੇ ਲੱਗ ਜਾਵੋਗੇ ਅਤੇ ਉਹਨਾਂ ਦੀ ਪੂਜਾ ਕਰੋਗੇ, ਤਾਂ ਮੈਂ ਤੁਹਾਨੂੰ ਪਹਿਲਾਂ ਚੇਤਾਵਨੀ ਦੇ ਤੌਰ 'ਤੇ ਦੱਸ ਰਿਹਾ ਹਾਂ ਕਿ ਤੁਸੀਂ ਨਾਸ਼ ਹੋ ਜਾਵੋਗੇ। ਤੁਸੀਂ ਧਰਤੀ 'ਤੇ ਬਹੁਤ ਲੰਮੇ ਸਮੇਂ ਤੱਕ ਜਿਉਂਦੇ ਨਹੀਂ ਰਹਿ ਸਕੋਗੇ, ਜਿਸ 'ਤੇ ਯਰਦਨ ਦਰਿਆ ਤੋਂ ਪਾਰ ਜਾ ਕੇ ਤੁਸੀਂ ਕਬਜ਼ਾ ਕਰਨ ਵਾਲੇ ਹੋ। ਸੋ ਮੈਂ ਅੱਜ ਆਕਾਸ਼ ਅਤੇ ਧਰਤੀ ਨੂੰ ਤੁਹਾਡਾ ਗਵਾਹ ਮੰਨਦਾ ਹੋਇਆ ਤੁਹਾਡੇ ਅੱਗੇ ਜੀਵਨ ਅਤੇ ਮੌਤ, ਅਸੀਸ ਅਤੇ ਸਰਾਪ ਰੱਖਦਾ ਹਾਂ। ਇਸ ਲਈ ਤੁਸੀਂ ਜੀਵਨ ਦੀ ਚੋਣ ਕਰੋ ਕਿ ਤੁਸੀਂ ਅਤੇ ਤੁਹਾਡੀ ਸੰਤਾਨ ਜੀ ਸਕੋ। ਇਸ ਦਾ ਅਰਥ ਹੈ ਕਿ ਤੁਸੀਂ ਪ੍ਰਭੂ ਆਪਣੇ ਪਰਮੇਸ਼ਵਰ ਨੂੰ ਪਿਆਰ ਕਰੋ, ਉਸ ਦੀ ਆਵਾਜ਼ ਨੂੰ ਸੁਣੋ ਅਤੇ ਉਸ ਦੇ ਨਾਲ ਚਿੰਬੜੇ ਰਹੋ। ਇਹੀ ਤੁਹਾਡੇ ਲਈ ਜੀਵਨ ਹੈ ਅਤੇ ਲੰਬੀ ਉਮਰ ਹੈ। ਇਸ ਦੁਆਰਾ ਹੀ ਤੁਸੀਂ ਧਰਤੀ 'ਤੇ ਵਸ ਸਕੋਗੇ, ਜਿਸ ਦੀ ਸਹੁੰ ਪ੍ਰਭੂ ਤੁਹਾਡੇ ਪਰਮੇਸ਼ਵਰ ਨੇ ਤੁਹਾਡੇ ਪੁਰਖਿਆਂ ਅਬਰਾਹਮ, ਇਸਹਾਕ ਅਤੇ ਯਾਕੂਬ ਨਾਲ ਖਾਧੀ ਸੀ। ਇਹ ਪ੍ਰਭੂ ਦੀ ਬਾਣੀ ਹੈ। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਪਾਠ ਪਵਿੱਤਰ ਅੰਜੀਲ ਲੂਕਾ ਦੇ ਅਨੁਸਾਰ। ਤੇਰੀ ਵਡਿਆਈ ਹੋਵੇ ਐ ਪ੍ਰਭੂ। ਮਨੁੱਖ ਦੇ ਪੁੱਤਰ ਨੂੰ ਬਹੁਤ ਕੁਝ ਸਹਿਣਾ ਹੈ ਅਤੇ ਬਜ਼ੁਰਗਾਂ, ਪ੍ਰਧਾਨ ਪੁਰੋਹਿਤਾਂ ਅਤੇ ਧਰਮ ਗ੍ਰੰਥੀਆਂ ਵੱਲੋਂ ਰੱਦ ਕੀਤਾ ਜਾਣਾ ਹੈ, ਮਾਰ ਦਿੱਤਾ ਜਾਣਾ ਹੈ ਅਤੇ ਤੀਜੇ ਦਿਨ ਜਿੰਦਾ ਕੀਤੇ ਜਾਣਾ ਹੈ। ਫਿਰ ਉਸਨੇ ਸਾਰਿਆਂ ਨੂੰ ਕਿਹਾ, ਜੇਕਰ ਕੋਈ ਮੇਰੇ ਪਿੱਛੇ ਆਉਣਾ ਚਾਹੇ ਤਾਂ ਉਹ ਆਪਣੇ ਆਪ ਦਾ ਤਿਆਗ ਕਰੇ ਅਤੇ ਹਰ ਰੋਜ਼ ਆਪਣੀ ਸਲੀਬ ਚੁੱਕ ਕੇ ਮੇਰੇ ਪਿੱਛੇ ਚੱਲੇ। ਕਿਉਂਕਿ ਜੋ ਕੋਈ ਆਪਣੀ ਜ਼ਿੰਦਗੀ ਨੂੰ ਬਚਾਉਣਾ ਚਾਹੁੰਦਾ ਹੈ ਉਹ ਉਸ ਨੂੰ ਗਵਾਏਗਾ, ਅਤੇ ਜੋ ਕੋਈ ਆਪਣੀ ਜ਼ਿੰਦਗੀ ਨੂੰ ਮੇਰੀ ਖਾਤਰ ਗਵਾਉਂਦਾ ਹੈ ਉਹ ਉਸ ਨੂੰ ਬਚਾਵੇਗਾ। ਪ੍ਰਭੂ ਦੀ ਅੰਜੀਲ। ਤੇਰੀ ਮਹਿਮਾ ਹੋਵੇ ਐ ਮਸੀਹਾ।
ਮਸੀਹ ਵਿੱਚ ਪਿਆਰੇ ਭਰਾਓ ਤੇ ਭੈਣੋ, ਆਓ ਅਸੀਂ ਅੱਜ ਇਹਨਾਂ ਦੋਵਾਂ ਪਾਠਾਂ ਦੇ ਉੱਤੇ ਥੋੜੀ ਦੇਰ ਦੇ ਲਈ ਧਿਆਨ ਕਰੀਏ। ਜੇਕਰ ਤੁਸੀਂ ਅੱਜ ਦੇ ਪਹਿਲੇ ਪਾਠ ਦੇ ਉੱਤੇ ਧਿਆਨ ਦਿੱਤਾ ਹੈ ਤਾਂ ਪਿਆਰਿਓ, ਉਹਦੇ ਵਿੱਚ ਕੁਝ ਲਫ਼ਜ਼ ਹਨ ਜਿਨ੍ਹਾਂ ਦੇ ਉੱਤੇ ਅਸੀਂ ਧਿਆਨ ਕਰਨਾ ਹੈ। ਧਿਆਨ ਨਾਲ ਤੁਸੀਂ ਇਸ ਨੂੰ ਦੁਬਾਰਾ ਇਸ ਪਾਠ ਨੂੰ ਪੜ੍ਹਿਓ। ਇਸ ਪਾਠ ਦੇ ਵਿੱਚ ਜਿਹੜੇ ਲਫ਼ਜ਼ ਹਨ ਉਹ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ। ਜੀਵਨ ਅਤੇ ਭਲਾਈ, ਮੌਤ ਅਤੇ ਬੁਰਾਈ, ਇਹ ਲਫ਼ਜ਼ ਹਨ। ਅਰਥ ਕੀ ਹੈ ਇਹਨਾਂ ਲਫ਼ਜ਼ਾਂ ਦਾ? ਜੀਵਨ ਅਤੇ ਭਲਾਈ ਕਹਿਣ ਦਾ ਭਾਵ ਹੈ ਕਿ ਜੇਕਰ ਅਸੀਂ ਭਲੇ ਕੰਮ ਕਰਾਂਗੇ, ਜੇਕਰ ਅਸੀਂ ਭਲਾਈ ਦੇ ਰਾਹ ਦੇ ਉੱਤੇ ਚੱਲਾਂਗੇ ਤਾਂ ਅਸੀਂ ਜੀਵਨ ਪਾਵਾਂਗੇ, ਤੇ ਜੇਕਰ ਅਸੀਂ ਬੁਰਾਈ ਕਰਦੇ ਰਹਾਂਗੇ, ਬੁਰੇ ਰਾਹ ਤੇ ਚੱਲਾਂਗੇ ਤਾਂ ਫਿਰ ਉਹ ਰਾਹ ਸਾਨੂੰ ਮੌਤ ਵੱਲ ਲੈ ਜਾਵੇਗਾ। ਹੁਣ ਸਵਾਲ ਇੱਥੇ ਇਹ ਹੈ ਕਿ ਤੁਸੀਂ ਜੀਵਨ ਪਾਉਣਾ ਚਾਹੁੰਦੇ ਹੋ ਕਿ ਜਾਂ ਫਿਰ ਤੁਸੀਂ ਮੌਤ ਦੇ ਮੂੰਹ ਦੇ ਵਿੱਚ ਜਾਣਾ ਚਾਹੁੰਦੇ ਹੋ। ਇੱਥੇ ਜੋ ਜੀਵਨ ਹੈ ਉਹ ਸਦਾ ਦਾ ਜੀਵਨ ਹੈ ਅਤੇ ਜੋ ਮੌਤ ਹੈ ਉਸ ਦਾ ਭਾਵ ਹੈ ਨਰਕ ਤੋਂ। ਹਾਂ ਪਿਆਰਿਓ, ਅੱਜ ਵਿਵਸਥਾ ਸਾਰ ਦੀ ਪੁਸਤਕ ਦੇ ਵਿੱਚ ਇੱਕ ਹੋਰ ਗੱਲ ਦੇ ਉੱਤੇ ਜ਼ੋਰ ਦਿੱਤਾ ਗਿਆ ਹੈ ਕਿ ਜੇਕਰ ਅਸੀਂ ਖੁਦਾ ਦੇ ਹੁਕਮਾਂ ਦੇ ਉੱਤੇ ਚੱਲਾਂਗੇ, ਹੁਕਮਾਂ ਦੀ ਪਾਲਣਾ ਕਰਾਂਗੇ, ਫਿਰ ਅਸੀਂ ਅਤੇ ਸਾਡਾ ਸਾਰਾ ਘਰਾਨਾ ਬਚਾਏ ਜਾਵਾਂਗੇ ਅਤੇ ਖੁਦਾ ਸਾਨੂੰ ਬਹੁਤ ਸਾਰੀ ਬਰਕਤ ਦੇਵੇਗਾ, ਬਰਕਤ ਦੇਵੇਗਾ। ਹੁਣ ਅਸੀਂ ਕਈ ਵਾਰੀ ਦੇਖਦੇ ਹਾਂ ਕਿ ਜਿਸ ਪਰਿਵਾਰ ਦੇ ਵਿੱਚ ਖੁਦਾ ਦਾ ਡਰ ਖੌਫ ਹੈ, ਜਿਹੜਾ ਪਰਿਵਾਰ ਖੁਦਾ ਦੇ ਨਾਲ ਜੁੜਿਆ ਹੋਇਆ ਹੈ, ਖੁਦਾ ਦੀਆਂ ਦਿੱਤੀਆਂ ਹੋਈਆਂ ਆਗਿਆਵਾਂ ਅਨੁਸਾਰ ਜੀਵਨ ਗੁਜ਼ਾਰਦਾ ਹੈ, ਖੁਦਾ ਦੇ ਹੁਕਮਾਂ ਅਨੁਸਾਰ ਜੀਵਨ ਗੁਜ਼ਾਰਦਾ ਹੈ, ਉਸ ਪਰਿਵਾਰ ਦੇ ਵਿੱਚ ਖੁਦਾ ਦੀ ਬਰਕਤ ਰਹਿੰਦੀ ਹੈ। ਪਰ ਜਿਹੜੇ ਪਰਿਵਾਰ ਖੁਦਾ ਦੇ ਹੁਕਮਾਂ ਅਨੁਸਾਰ ਜੀਵਨ ਨਹੀਂ ਗੁਜ਼ਾਰਦੇ ਹਨ, ਵਚਨ ਦੇ ਵਿੱਚ ਲਿਖਿਆ ਹੈ, ਅੱਜ ਦੇ ਪਾਠ ਦੇ ਵਿੱਚ ਵੀ ਇਹ ਲਿਖਿਆ ਹੈ, ਉਹ ਨਾਸ਼ ਹੋ ਜਾਣਗੇ। ਉਹਨਾਂ ਦਾ ਕਾਰੋਬਾਰ ਨਾਸ਼ ਹੋ ਜਾਵੇਗਾ, ਉਹਨਾਂ ਦੀਆਂ ਯੋਜਨਾਵਾਂ ਨਾਸ਼ ਹੋ ਜਾਣਗੀਆਂ, ਉਹਨਾਂ ਦੇ ਪਰਿਵਾਰ ਵਿੱਚ ਕੋਈ ਬਰਕਤ ਨਹੀਂ ਹੋਵੇਗੀ। ਇਸ ਕਰਕੇ ਜੇਕਰ ਅਸੀਂ ਬਰਕਤ ਲੈਣੀ ਚਾਹੁੰਦੇ ਹਾਂ ਤਾਂ ਅਸੀਂ ਖੁਦਾ ਦੇ ਹੁਕਮਾਂ ਦੇ ਅਨੁਸਾਰ ਜੀਵਨ ਗੁਜ਼ਾਰਨਾ ਹੈ। ਤੇ ਅੱਗੇ ਇਹ ਵੀ ਗੱਲ ਲਿਖੀ ਹੋਈ ਹੈ ਕਿ ਅਸੀਂ ਪ੍ਰਭੂ ਨੂੰ ਪਿਆਰ ਕਰਨਾ ਹੈ। ਰੋਜ਼ਿਆਂ ਦਾ ਸਮਾਂ ਹੈ ਜਦੋਂ ਅਸੀਂ ਪ੍ਰਭੂ ਨੂੰ ਜ਼ਿਆਦਾ ਪਿਆਰ ਕਰ ਸਕਦੇ ਹਾਂ, ਪਿਆਰ ਵੀ ਖਾ ਸਕਦੇ ਹਾਂ। ਤੇ ਨਾਲ ਹੀ ਨਾਲ ਅੱਗੇ ਇਹ ਵੀ ਗੱਲ ਲਿਖੀ ਹੈ ਕਿ ਅਸੀਂ ਰੋਜ਼ਿਆਂ ਦੇ ਸਮੇਂ ਦੇ ਵਿੱਚ ਪ੍ਰਭੂ ਦੀ ਆਵਾਜ਼ ਨੂੰ ਸੁਣਨਾ ਹੈ। ਦੇਖੋ, ਜਦੋਂ ਅਸੀਂ ਪਿਆਰ ਕਰਾਂਗੇ ਤੇ ਨੈਚੁਰਲੀ ਅਸੀਂ ਖੁਦਾ ਦੀ ਆਵਾਜ਼ ਨੂੰ ਵੀ ਸੁਣਾਂਗੇ, ਤੇ ਜਦੋਂ ਅਸੀਂ ਉਸ ਦੀ ਆਵਾਜ਼ ਨੂੰ ਸੁਣਾਂਗੇ ਤਾਂ ਫਿਰ ਅਸੀਂ ਉਹਦੇ ਨਾਲ ਜੁੜੇ ਰਹਾਂਗੇ, ਕਿਉਂਕਿ ਅਸੀਂ ਫਿਰ ਉਸ ਨੂੰ ਸੁਣਨਾ ਪਸੰਦ ਕਰਾਂਗੇ ਨਾ। ਤੁਸੀਂ ਅਜੇ ਤੱਕ ਖੁਦਾ ਨੂੰ ਸੁਣਿਆ ਨਹੀਂ ਹੈ, ਉਹਦੀ ਆਵਾਜ਼ ਨੂੰ ਸੁਣਿਆ ਨਹੀਂ ਹੈ ਤੇ ਨਾ ਹੀ ਉਹਦੀ ਆਵਾਜ਼ ਨੂੰ ਪਛਾਣਿਆ ਹੈ, ਇਸ ਕਰਕੇ ਸਾਨੂੰ ਮਜ਼ਾ ਨਹੀਂ ਆਉਂਦਾ ਹੈ। ਹੁਣ ਇੱਕ ਮਿੱਤਰ ਦੀ ਉਦਾਹਰਨ ਦੇਣੀ ਚਾਹੁੰਦਾ ਹਾਂ। ਤੁਹਾਡਾ ਕੋਈ ਮਿੱਤਰ ਹੈ, ਜੇਕਰ ਤੁਸੀਂ ਉਸ ਨੂੰ ਸੁਣਨਾ ਪਸੰਦ ਕਰਦੇ ਹੋ ਤਾਂ ਤੁਸੀਂ ਉਸ ਨੂੰ ਵਾਰ-ਵਾਰ ਫੋਨ ਕਰੋਗੇ, ਉਸ ਦੀ ਆਵਾਜ਼ ਸੁਣਨ ਦੇ ਲਈ, ਉਸ ਦੇ ਨਾਲ ਗੱਲਾਂ ਕਰਨ ਦੇ ਲਈ ਤੁਸੀਂ ਉਤਾਵਲੇ ਹੋਵੋਗੇ। ਪ੍ਰਭੂ ਦੇ ਨਾਲ ਵੀ ਅਸੀਂ ਇਸੇ ਤਰ੍ਹਾਂ ਹੀ ਪਿਆਰ ਕਰਨਾ ਹੈ, ਉਹਦੀ ਆਵਾਜ਼ ਨੂੰ ਸੁਣਨਾ ਹੈ। ਤੇ ਜਦੋਂ ਅਸੀਂ ਉਹਦੀ ਆਵਾਜ਼ ਨੂੰ ਸੁਣਨਾ ਪਸੰਦ ਕਰ ਲਿਆ ਤੇ ਫਿਰ ਅਸੀਂ ਉਹਦੇ ਨਾਲ ਚੰਬੜੇ ਰਵਾਂਗੇ। ਬਾਈਬਲ ਦੇ ਵਿੱਚ ਉਹ ਲਫ਼ਜ਼ ਦਾ ਇਸਤੇਮਾਲ ਹੋਇਆ ਹੈ ਕਿ ਪ੍ਰਭੂ ਦੇ ਨਾਲ ਤੁਸੀਂ ਚੰਬੜੇ ਰਹੋ, ਜੁੜੇ ਰਹੋ। ਹੁਣ ਜਦੋਂ ਅਸੀਂ ਜੁੜੇ ਰਵਾਂਗੇ ਤਾਂ ਫਿਰ ਕੀ ਹੋਵੇਗਾ? ਫਿਰ ਅਸੀਂ ਜੀਵਨ ਪਾਵਾਂਗੇ। ਦੇਖੋ ਪਿਆਰਿਓ, ਕਿੰਨੀ ਵੱਡੀ ਸਿੱਖਿਆ ਇਹਨਾਂ ਕੁਝ ਵਚਨਾਂ ਦੇ ਵਿੱਚ ਹੀ ਸਾਨੂੰ ਮਿਲ ਗਈ ਹੈ। ਅਸੀਂ ਕਈ ਵਾਰੀ ਵਚਨ ਪੜ੍ਹ ਲੈਂਦੇ ਹਾਂ ਲੇਕਿਨ ਅਸੀਂ ਉਹਦੇ ਉੱਤੇ ਗੌਰ ਨਹੀਂ ਕਰਦੇ ਹਾਂ। ਹੁਣ ਦੇਖੋ, ਇੱਥੇ ਸਾਨੂੰ ਇਸ ਛੋਟੇ ਜਿਹੇ ਪਾਠ ਦੇ ਵਿੱਚੋਂ ਕਿੰਨੀਆਂ ਵੱਡੀਆਂ ਡੂੰਘੀਆਂ ਗੱਲਾਂ ਦੇ ਉੱਤੇ ਵਿਚਾਰ ਕਰਨ ਦੇ ਲਈ ਮੌਕਾ ਮਿਲਿਆ ਹੈ। ਹਾਂ ਪਿਆਰਿਓ, ਅੱਜ ਅਸੀਂ ਫੈਸਲਾ ਕਰੀਏ ਕਿ ਅਸੀਂ ਭਲਾਈ ਦੇ ਕੰਮ ਕਰਕੇ ਜੀਵਨ ਪਾਵਾਂਗੇ ਅਤੇ ਬੁਰਾਈ ਨੂੰ ਛੱਡ ਕੇ ਅਸੀਂ
ਮੌਤ ਤੋਂ ਯਾਨੀ ਕਿ ਨਰਕ ਤੋਂ ਅਸੀਂ ਦੂਰ ਹੋ ਜਾਵਾਂਗੇ ਤੇ ਨਾਲ ਹੀ ਨਾਲ ਅਸੀਂ ਪ੍ਰਭੂ ਨੂੰ ਪਿਆਰ ਕਰਾਂਗੇ, ਉਹਦੀ ਆਵਾਜ਼ ਨੂੰ ਸੁਣਾਂਗੇ ਅਤੇ ਨਾਲ ਹੀ ਨਾਲ ਉਹਦੇ ਨਾਲ ਅਸੀਂ ਚੁੰਬੜੇ ਰਵਾਂਗੇ ਤਾਂ ਕਿ ਅਸੀਂ ਜੀਵਨ ਪ੍ਰਾਪਤ ਕਰੀਏ। ਹੁਣ ਅਸੀਂ ਥੋੜਾ ਧਿਆਨ ਕਰਾਂਗੇ ਅੱਜ ਦੀ ਅੰਜੀਲ ਦੇ ਉੱਤੇ। ਲੂਕਾ ਦੀ ਅੰਜੀਲ ਉਸ ਦਾ 9ਵਾਂ ਅਧਿਆਇ 22 ਤੋਂ 25 ਆਇਤ ਅਸੀਂ ਇਹਨਾਂ 3 ਵਚਨਾਂ ਨੂੰ ਆਇਤਾਂ ਨੂੰ ਸੁਣਿਆ ਹੈ। ਉਹਦੀ ਪਹਿਲੀ ਜੋ 22 ਆਇਤ ਹੈ ਉਹਦੇ ਵਿੱਚ ਅਸੀਂ ਸੁਣਿਆ ਹੈ ਕਿ ਪ੍ਰਭੂ ਯਿਸੂ ਮਸੀਹ ਆਪਣੇ ਹੀ ਦੁੱਖਾਂ ਦਾ ਬਿਆਨ ਕਰਦਾ ਹੈ। ਉਹ ਕਹਿੰਦਾ ਹੈ ਕਿ ਮਨੁੱਖ ਦਾ ਪੁੱਤਰ ਦੁੱਖ ਸਹੇਗਾ, ਉਸ ਨੂੰ ਫੜਾਇਆ ਜਾਵੇਗਾ, ਉਹਦੇ ਉੱਤੇ ਕੋੜੇ ਮਾਰੇ ਜਾਣਗੇ, ਉਹਦੇ ਉੱਤੇ ਜ਼ੁਲਮ ਹੋਣਗੇ, ਉਹ ਮਾਰਿਆ ਜਾਵੇਗਾ ਤੇ ਤੀਜੇ ਦਿਨ ਮੁਰਦਿਆਂ ਵਿੱਚੋਂ ਜੀ ਉੱਠੇਗਾ। ਜਦੋਂ ਇਹ ਗੱਲਾਂ ਪ੍ਰਭੂ ਨੇ ਕਹਿ ਲਈਆਂ ਤੇ ਫਿਰ ਉਹ ਲੋਕਾਂ ਨੂੰ ਵੇਖ ਕੇ ਲੋਕਾਂ ਨੂੰ ਪੁੱਛਦਾ ਹੈ, ਦੱਸਦਾ ਹੈ ਕਿ ਜੇਕਰ ਤੁਸੀਂ ਮੇਰੇ ਚੇਲੇ ਬਣਨਾ ਚਾਹੁੰਦੇ ਹੋ, ਤੁਹਾਡੇ ਵਿੱਚੋਂ ਕੋਈ ਵੀ ਜੇਕਰ ਮੇਰਾ ਚੇਲਾ ਬਣਨਾ ਚਾਹੁੰਦਾ ਹੈ ਤਾਂ ਉਹ ਆਪਣੇ ਹਰ ਰੋਜ਼ ਦੀ ਸਲੀਬ ਉਠਾ ਕੇ ਮੇਰੇ ਪਿੱਛੇ ਚੱਲੇ। ਰੋਜ਼ਿਆਂ ਦਾ ਸਮਾਂ ਹੈ, ਬਿਹਤਰ ਸਮਾਂ ਹੈ ਜਦੋਂ ਅਸੀਂ ਹਰ ਰੋਜ਼ ਸਲੀਬ ਉਠਾ ਕੇ ਯਿਸੂ ਦੇ ਪਿੱਛੇ ਚੱਲ ਸਕਦੇ ਹਾਂ। ਕਿਸ ਤਰ੍ਹਾਂ ਅਸੀਂ ਹਰ ਰੋਜ਼ ਦੀ ਸਲੀਬ ਉਠਾ ਕੇ ਯਿਸੂ ਦੇ ਪਿੱਛੇ ਚੱਲ ਸਕਦੇ ਹਾਂ? ਪਿਆਰਿਓ, ਸਾਡੇ ਸਾਰਿਆਂ ਦੇ ਲਈ ਰੋਜ਼ਾ ਰੱਖਣਾ ਔਖਾ ਹੈ। ਰੋਜ਼ਾ ਰੱਖ ਕੇ ਪ੍ਰਾਰਥਨਾ ਕਰਨੀ ਔਖੀ ਹੈ। ਹੁਣ ਅਸੀਂ ਇਸ ਨੂੰ ਸਲੀਬ ਸਮਝੀਏ ਕਿ ਮੈਂ ਕਮ ਸੇ ਕਮ ਸ਼ੁੱਕਰਵਾਰ ਵਾਲੇ ਦਿਨ ਰੋਜ਼ਾ ਰੱਖਾਂਗਾ, ਬਾਕੀ ਦਿਨਾਂ ਦੇ ਵਿੱਚ ਮੈਂ ਪਰਹੇਜ਼ ਕਰਾਂਗਾ। ਕਈ ਵਾਰੀ ਇਦਾਂ ਹੁੰਦਾ ਹੈ ਕਿ ਰੋਜ਼ਾ ਰੱਖਣਾ ਵੀ ਸਾਡੇ ਲਈ ਸੌਖਾ ਹੋ ਜਾਂਦਾ ਹੈ, ਲੇਕਿਨ ਜਿਹੜੀਆਂ ਸਾਡੇ ਵਿੱਚ ਮਾੜੀਆਂ ਆਦਤਾਂ ਨੇ ਉਹਨਾਂ ਨੂੰ ਤਿਆਗਣਾ ਔਖਾ ਹੋ ਜਾਂਦਾ ਹੈ। ਉਦਾਹਰਨ ਦੇ ਲਈ, ਕਿਸੇ ਨੂੰ ਚੁਗਲੀ ਕਰਨ ਦੀ ਆਦਤ ਹੋਵੇਗੀ, ਤੁਹਾਡੇ ਲਈ ਤੁਹਾਡੀ ਉਹ ਚੁਗਲੀ ਸਲੀਬ ਬਣ ਜਾਵੇ। ਤੁਸੀਂ ਉਹ ਚੁਗਲੀ ਤੋਂ ਗਰੇਜ ਕਰਕੇ ਯਿਸੂ ਦੇ ਪਿੱਛੇ ਚੱਲੋ। ਸਾਡੇ ਲਈ ਹੋਰ ਵੱਡੀ ਸਲੀਬ ਕੀ ਹੈ? ਪ੍ਰਭੂ ਕਹਿੰਦਾ ਹੈ ਕਿ ਹਰ ਰੋਜ਼ ਆਪਣੇ ਦੁੱਖਾਂ ਦੀ ਸਲੀਬ। ਮੰਨ ਲਓ ਕਿ ਤੁਹਾਡੀ ਬਿਮਾਰੀ, ਤੁਹਾਡੀਆਂ ਗੋਡਿਆਂ 'ਚ ਦਰਦ ਹੈ, ਜਾਂ ਤੁਹਾਨੂੰ ਕੋਈ ਕਰੋਨਾ ਦੀ ਬਿਮਾਰੀ ਹੈ, ਜਾਂ ਤੁਹਾਨੂੰ ਸਾਹ ਦੀ ਬਿਮਾਰੀ ਹੈ, ਦਮੇ ਦੀ ਬਿਮਾਰੀ ਹੈ, ਕਿਸੇ ਵੀ ਤਰ੍ਹਾਂ ਦੀ ਕੋਈ ਬਿਮਾਰੀ ਹੈ, ਉਹ ਬਿਮਾਰੀ ਨੂੰ ਹਰ ਰੋਜ਼ ਉਠਾ ਕੇ ਯਿਸੂ ਦੇ ਕੋਲ ਆਓ, ਪਿੱਛੇ ਚੱਲੋ ਉਹਦੇ। ਬਿਮਾਰੀ ਵਿੱਚ ਵੀ ਪ੍ਰਭੂ ਦੀ ਵਡਿਆਈ ਕਰੋ, ਬਿਮਾਰੀ ਵਿੱਚ ਵੀ ਖੁਦਾ ਦੇ ਨਾਲ ਜੁੜੇ ਰਹੋ। ਉਹ ਸਲੀਬ ਹੈ। ਤੇ ਇੱਕ ਹੋਰ ਗੱਲ ਪ੍ਰਭੂ ਇੱਥੇ ਦੱਸਦਾ ਹੈ ਕਿ ਮਨੁੱਖ ਨੂੰ ਕੀ ਲਾਭ ਹੈ ਜੇਕਰ ਉਹ ਸਾਰੀ ਦੁਨੀਆ ਪ੍ਰਾਪਤ ਕਰ ਲਵੇ ਤੇ ਆਪਣਾ ਜੀਵਨ ਗਵਾ ਲਵੇ। ਇੱਥੇ ਕਹਿਣ ਤੋਂ ਭਾਵ ਇਹ ਹੈ ਕਿ ਆਦਮੀ ਕਈ ਵਾਰੀ ਦਿਨ ਰਾਤ ਆਪਣੇ ਭਵਿੱਖ ਦੇ ਲਈ ਮਿਹਨਤ ਕਰਦਾ ਰਹਿੰਦਾ ਹੈ ਕਿ ਮੇਰਾ ਭਵਿੱਖ ਸੁਖਲਾ ਹੋ ਜਾਵੇ, ਮੇਰਾ ਪਰਿਵਾਰ ਸੁਖਲਾ ਹੋ ਜਾਵੇ, ਮੇਰੇ ਪਰਿਵਾਰ ਦੇ ਵਿੱਚ ਆਉਣ ਵਾਲੇ ਬੱਚਿਆਂ ਦੇ ਲਈ, ਉਹਨਾਂ ਦੇ ਲਈ ਮੈਂ ਸਭ ਕੁਝ ਕਰਕੇ ਜਾਣਾ ਹੈ। ਪਿਆਰਿਓ, ਕੁਝ ਦਿਨ ਪਹਿਲਾਂ ਇੱਕ ਪਰਿਵਾਰ ਨਾਲ ਇੱਦਾਂ ਮੇਰੀ ਗੱਲ ਹੋ ਰਹੀ ਸੀ ਤੇ ਪਰਿਵਾਰ ਦੀ ਜੋ ਭੈਣ ਸੀਗੀ ਉਸਨੇ ਮੈਨੂੰ ਦੱਸਿਆ ਕਿ ਫਾਦਰ ਜੀ, ਪਹਿਲਾਂ ਮੇਰਾ ਪਤੀ ਬਹੁਤ ਪ੍ਰਾਰਥਨਾ ਕਰਦਾ ਸੀ, ਗਿਰਜੇ ਵੀ ਜਾਂਦਾ ਸੀ, ਲੇਕਿਨ ਹੁਣ ਉਹਦਾ ਧਿਆਨ ਗਿਰਜੇ ਵਿੱਚ ਨਹੀਂ ਹੈ, ਗਿਰਜੇ ਵੀ ਨਹੀਂ ਜਾਂਦਾ ਹੈ, ਘਰੇ ਆ ਕੇ ਪ੍ਰਾਰਥਨਾ ਵੀ ਨਹੀਂ ਕਰਦਾ ਹੈ। ਹੁਣ ਉਹਦਾ ਧਿਆਨ ਸਿਰਫ ਬਿਜ਼ਨਸ ਦੇ ਵਿੱਚ ਹੈ, ਉਹ ਬਸ ਪੈਸੇ ਦੇ ਪਿੱਛੇ ਦੌੜ ਰਿਹਾ ਹੈ। ਮੈਂ ਉਸ ਨੂੰ ਦੱਸਿਆ ਭੈਣ ਨੂੰ ਕਿ ਤੁਸੀਂ ਉਹਦੇ ਲਈ ਦੁਆ ਕਰੋ ਤੇ ਨਾਲੇ ਉਹਨੂੰ ਖੁਦ ਵੀ ਸਮਝਾਓ ਕਿ ਪੈਸਾ ਹੀ ਸਭ ਕੁਝ ਨਹੀਂ ਹੈ। ਜੇਕਰ ਖੁਦਾ ਤੁਹਾਨੂੰ ਬਰਕਤ ਦੇ ਰਿਹਾ ਹੈ, ਤੁਹਾਡੇ ਕਾਰੋਬਾਰ ਦੇ ਵਿੱਚ ਤਰੱਕੀ ਆ ਰਹੀ ਹੈ, ਤਾਂ ਫਿਰ ਤੁਸੀਂ ਉਹਦੇ ਨਾਲ ਜੁੜੇ ਵੀ ਰਹੋ, ਉਹਦੇ ਨਾਂ ਦੀ ਵਡਿਆਈ ਕਰੋ, ਗਿਰਜੇ ਵਿੱਚ ਜਾਓ, ਸ਼ੁਕਰਗੁਜ਼ਾਰੀ ਕਰੋ, ਪਾਕ ਮਾਸ ਦੀ ਕੁਰਬਾਨੀ ਵਿੱਚ ਸ਼ਾਮਲ ਹੋਵੋ। ਤੇ ਉਹ ਭੈਣ ਨੇ ਉਹ ਗੱਲਾਂ ਦੇ ਉੱਤੇ ਅਮਲ ਕੀਤਾ ਤੇ ਆਪਣੇ ਪਤੀ ਨੂੰ ਇਹ ਸਾਰੀਆਂ ਗੱਲਾਂ ਦੱਸੀਆਂ ਤੇ ਦੁਬਾਰਾ ਤੋਂ ਉਹ ਹੁਣ ਪ੍ਰਭੂ ਦੀ ਹਜ਼ੂਰੀ ਵਿੱਚ ਜਾਣ ਲੱਗ ਪਏ ਨੇ। ਹਾਂ ਪਿਆਰਿਓ, ਲੋੜ ਹੈ ਸਾਨੂੰ ਹਰ ਰੋਜ਼ ਸਲੀਬ ਉਠਾ ਕੇ ਯਿਸੂ ਦੇ ਪਿੱਛੇ ਚੱਲਣ ਦੀ। ਰੋਜ਼ਿਆਂ ਦਾ ਇਹ ਸਮਾਂ ਹੈ, ਅਸੀਂ ਸਰਫੇ ਕਰੀਏ, ਖਾਸ ਕਰਕੇ ਖੁਦਾ ਦੇ ਹੁਕਮਾਂ ਦੀ ਪਾਲਣਾ ਕਰੀਏ, ਖੁਦਾ ਨੂੰ ਪਿਆਰ ਕਰੀਏ। ਜਦੋਂ ਅਸੀਂ ਖੁਦਾ ਨੂੰ ਪਿਆਰ ਕਰਾਂਗੇ ਤੇ ਫਿਰ ਅਸੀਂ ਉਹਦੇ ਹੁਕਮਾਂ ਦੀ ਵੀ
ਬਰਾਬਰ ਪਾਲਣਾ ਕਰਾਂਗੇ ਅਤੇ ਨਾਲ ਹੀ ਨਾਲ ਇਹ ਜੋ ਸਮਾਂ ਹੈ ਸਾਡੇ ਲਈ ਬਰਕਤਾਂ ਨਾਲ ਭਰਪੂਰ ਸਮਾਂ ਹੋ ਜਾਵੇਗਾ। ਰੋਜ਼ਿਆਂ ਦਾ ਸਮਾਂ ਸਾਡੇ ਲਈ ਬਹੁਤ ਸਾਰੀਆਂ ਬਰਕਤਾਂ ਲੈ ਕੇ ਆਵੇਗਾ, ਚੰਗਿਆਈ ਲੈ ਕੇ ਆਵੇਗਾ ਤੇ ਸਾਡੇ ਪਰਿਵਾਰਾਂ ਦੇ ਵਿੱਚ ਸ਼ਾਂਤੀ ਲਿਆਵੇਗਾ।